ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਬਾਡੀ ਪੈਰਾਗ੍ਰਾਫਸ ਨੂੰ ਕਿਸ ਤਰੀਕੇ ਨਾਲ ਤੁਹਾਨੂੰ ਲਿਖਣਾ ਚਾਹੀਦਾ ਹੈ। ਔਰ ਮੇਰਾ ਮੇਨ ਕਾਰਨ ਕੀ ਹੈ ਕਿ ਮੈਂ ਬਾਡੀ ਪੈਰਾਗ੍ਰਾਫਸ ਦੀ ਹੀ ਗੱਲ ਕਿਉਂ ਕਰ ਰਿਹਾ ਇਸ ਵੀਡੀਓ ਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਬਾਡੀ ਪੈਰਾਗ੍ਰਾਫਸ 70 ਤੋਂ 80% ਇੰਪੋਰਟੈਂਟ ਹੁੰਦੇ ਆ ਤੁਹਾਡੇ ਟਾਸਕ 2 ਦੇ ਵਿੱਚ। ਇੰਟਰੋਡਕਸ਼ਨ ਜਾਂ ਫਿਰ ਮੈਂ ਕਨਕਲੂਜਨ ਦੀ ਗੱਲ ਕਰਾਂ, ਇੰਟਰੋਡਕਸ਼ਨ ਔਰ ਕਨਕਲੂਜਨ ਦਾ ਤੁਸੀਂ ਟੈਂਪਲੇਟ ਯੂਜ਼ ਕਰਕੇ ਤੁਸੀਂ ਉਹਨਾਂ ਨੂੰ ਬਹੁਤ ਆਸਾਨੀ ਨਾਲ ਲਿਖ ਸਕਦੇ ਹੋ। ਲੇਕਿਨ ਬਾਡੀ ਪੈਰਾਗ੍ਰਾਫਸ ਦੇ ਵਿੱਚ ਬਹੁਤ ਸਾਰੀ ਇਦਾਂ ਦੀ ਮਿਸਟੇਕਸ ਹੁੰਦੀਆਂ ਜੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ, ਔਰ ਕਿਸ ਤਰੀਕੇ ਨਾਲ ਤੁਹਾਨੂੰ ਬਾਡੀ ਪੈਰਾਗ੍ਰਾਫ ਲਿਖਣਾ ਚਾਹੀਦਾ ਬਿਲਕੁਲ ਆਸਾਨ ਤਰੀਕੇ ਨਾਲ, ਤਾਂ ਕਿ ਬਹੁਤ ਆਸਾਨੀ ਨਾਲ ਤੁਸੀਂ ਬੈਂਡ 7+ ਤੁਸੀਂ ਆਇਲਸ ਰਾਈਟਿੰਗ ਦੇ ਵਿੱਚ ਲੈ ਸਕੋ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਮਨ ਮਿਸਟੇਕਸ। ਕਿਹੜੀਆਂ ਇਸ ਤਰੀਕੇ ਦੀਆਂ ਕਾਮਨ ਮਿਸਟੇਕਸ ਹੈ ਜੋ ਜ਼ਿਆਦਾਤਰ ਸਟੂਡੈਂਟਸ ਕਰਦੇ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਨਿਊਮਰਸ ਆਈਡੀਆਜ਼। ਮੈਂ ਦੇਖਿਆ ਕਿ ਆਈਲਟਸ ਰਾਈਟਿੰਗ ਈਵਨ ਸਪੀਕਿੰਗ ਦੇ ਵਿੱਚ ਵੀ ਮੈਂ ਨੋਟ ਕੀਤਾ ਹੈ ਬਹੁਤ ਸਾਰੇ ਸਟੂਡੈਂਟਸ ਨੂੰ ਆਈਡੀਆਜ਼ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਸਰ ਆਈਡੀਆਜ਼ ਨਹੀਂ ਆਉਂਦੇ। ਕਿਸੇ ਵੀ ਤਰੀਕੇ ਦਾ ਟਾਸਕ 2 ਹੋ ਸਕਦਾ ਹੈ, ਅਗਰੀ ਹੋ ਸਕਦਾ, ਅਗਰੀ ਡਿਸਐਗਰੀ ਹੋ ਸਕਦਾ, ਐਡਵਾਂਟੇਜ ਡਿਸਐਡਵਾਂਟੇਜ ਹੋ ਸਕਦਾ ਹੈ, ਪ੍ਰੋਬਲਮ ਸੋਲੂਸ਼ਨ ਹੋ ਸਕਦਾ, ਕੋਈ ਵੀ ਹੋ ਸਕਦਾ ਆਈਡੀਆਜ਼। ਨਾ ਆਈਡੀਆਜ਼ ਦੀ ਅਗਰ ਆਪਾਂ ਗੱਲ ਕਰੀਏ, ਇੱਕ ਚੀਜ਼ ਮੈਂ ਬਿਲਕੁਲ ਕਲੀਅਰ ਕਰਦਾ, ਇੱਕ ਪਾਸੇ ਇੰਗਲਿਸ਼ ਔਰ ਇੱਕ ਪਾਸੇ ਆਈਡੀਆਜ਼ ਨੂੰ ਅਗਰ ਮੈਂ ਹੋਰ ਸਿੰਪਲ ਲੈਂਗੁਏਜ ਦੇ ਵਿੱਚ ਮੈਂ ਬੋਲਾਂ ਤਾਂ ਗੱਲ ਆਉਣੀ ਵੀ ਗੱਲ ਕਹਿਣੀ ਕੀ ਹੈ ਜਾਂ ਲਿਖਣੀ ਕੀ ਹੈ। ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੈ, ਗੱਲ ਹੈਗੀ ਵੀ ਮਤਲਬ ਕਿ ਆਈਡੀਆ ਹੀ ਨਹੀਂ ਆ ਰਿਹਾ। ਫੋਰ ਐਗਜ਼ਾਮਪਲ ਅਗਰ ਮੈਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਗੱਲ ਪੁੱਛ ਰਿਹਾ ਕਿ ਸਰ ਤੁਸੀਂ ਇਸ ਚੀਜ਼ ਦੇ ਉੱਪਰ ਤੁਸੀਂ ਲਿਖ ਸਕਦੇ ਹੋ, ਬੋਲ ਸਕਦੇ ਹੋ ਪੰਜਾਬੀ ਦੇ ਵਿੱਚ, ਤਾਂ ਹੋ ਸਕਦਾ ਮੈਂ ਕਹਾਂ ਕਿ ਮੇਰੀ ਪੰਜਾਬੀ ਵਧੀਆ, ਪੰਜਾਬੀ ਮੈਂ ਲਿਖ ਲੈਣਾ ਜਾਂ ਪੰਜਾਬੀ ਮੈਂ ਬੋਲ ਲੈਣਾ, ਪਰ ਮੈਨੂੰ ਗੱਲ ਹੀ ਨਹੀਂ ਆ ਰਹੀ, ਮੈਨੂੰ ਆਈਡੀਆ ਹੀ ਨਹੀਂ ਆ ਰਿਹਾ। ਸੋ ਇਹ ਹੁੰਦੀ ਆ ਆਈਡੀਆ ਦੀ ਪ੍ਰੋਬਲਮ। ਹੁਣ ਇੱਥੇ ਆਪਾਂ ਗੱਲ ਕਰ ਰਹੇ ਨਿਊਮਰਸ ਆਈਡੀਆਜ਼। ਇਹਦੇ ਆਪੋਜ਼ਿਟ ਅਗਰ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਇਹ ਵੀ ਹੁੰਦਾ ਕਿ ਮੈਂ ਦੇਖਿਆ ਕਿ ਸਟੂਡੈਂਟਸ ਕਨਫਿਊਜ਼ ਹੋ ਜਾਂਦੇ, ਬਹੁਤ ਸਾਰੇ ਆਈਡੀਆਜ਼ ਆ ਜਾਂਦੇ ਆ ਬਾਡੀ ਪੈਰਾਗ੍ਰਾਫ ਦੇ ਵਿੱਚ। 2 3 4 5 ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇਹ ਇੱਕ ਕਾਮਨ ਮਿਸਟੇਕ ਹੈ ਜੋ ਅਕਸਰ ਸਟੂਡੈਂਟਸ ਕਰਦੇ ਜੋ ਕਿ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਗੱਲ ਕਰਦੇ ਆ ਅਨਕੰਪਲੀਟਡ ਆਈਡੀਆਜ਼। ਅਨਕੰਪਲੀਟਡ ਆਈਡੀਆਜ਼ ਤੋਂ ਮੇਰਾ ਮਤਲਬ ਇਹ ਹੈ ਕਿ ਆਈਡੀਆਜ਼ ਤਾਂ ਆ ਗਏ ਲੇਕਿਨ ਉਹਨਾਂ ਨੂੰ ਪ੍ਰੋਪਰ ਡਿਵੈਲਪ ਨਹੀਂ ਕੀਤਾ। ਸੋ ਪ੍ਰੋਪਰ ਡਿਵੈਲਪ ਕਿਵੇਂ ਕਰਾਂਗੇ? ਹੋ ਸਕਦਾ ਇੱਕ ਆਈਡੀਆ ਹੈ, 2 ਹੈ, 3 ਹੈ, 4 ਹੈ, ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਮੈਂ ਸਮਝਾਊਂਗਾ ਕਿੰਨੇ ਆਈਡੀਆਜ਼ ਹੋਣੇ ਚਾਹੀਦੇ ਹੈ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ, ਕਿੰਨੇ ਆਈਡੀਆਜ਼ ਹੋਣੇ ਚਾਹੀਦੇ ਔਰ ਕਿਸ ਤਰੀਕੇ ਨਾਲ ਪ੍ਰੋਪਰ ਤੁਹਾਨੂੰ ਉਹਨਾਂ ਨੂੰ ਡਿਵੈਲਪ ਕਰਨਾ ਚਾਹੀਦਾ, ਬਿਲਕੁਲ ਆਸਾਨ ਤਰੀਕਾ। ਉਸ ਤੋਂ ਬਾਅਦ ਗੱਲ ਕਰਦੇ ਹਾਂ, ਇੱਕ ਇਹ ਮਿਸਟੇਕ ਵੀ ਹੁੰਦੀ ਹੈ ਪੂਅਰ ਐਕਸਪਲੇਨੇਸ਼ਨਸ ਐਂਡ ਐਗਜ਼ਾਮਪਲਸ। ਪੂਅਰ ਐਕਸਪਲੇਨੇਸ਼ਨ ਦੀ ਅਗਰ ਮੈਂ ਗੱਲ ਕਰਾਂ, ਇਹਦਾ ਮਤਲਬ ਇਹ ਹੈ ਕਿ ਆਈਡੀਆ ਵੀ ਆ ਗਿਆ, ਥੋੜ੍ਹਾ ਜਿਹਾ ਡਿਵੈਲਪ ਵੀ ਕਰ ਲਿਆ, ਲੇਕਿਨ ਉਸ ਤੋਂ ਬਾਅਦ ਫਿਰ ਉਹਨੂੰ ਪ੍ਰੋਪਰ ਐਕਸਪਲੇਨ ਨਹੀਂ ਕਰ ਪਾ ਰਹੇ। ਐਕਸਪਲੇਨੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਇਸ ਦੇ ਅੰਦਰ ਬਹੁਤ ਵੱਡਾ ਰੋਲ ਹੈ ਮੈਂ ਕਹੂੰਗਾ ਐਕਸਪਲੇਨੇਸ਼ਨ ਦੇ ਅੰਦਰ ਤੁਹਾਡੀ ਗ੍ਰਾਮਰ ਔਰ ਵੋਕੈਬਲਰੀ। ਅਗਰ ਤੁਹਾਡੀ ਗ੍ਰਾਮਰ ਔਰ ਵੋਕੈਬਲਰੀ, ਅਗਰ ਤੁਹਾਡੀ ਗ੍ਰਾਮਰ ਸਟਰੋਂਗ ਨਹੀਂ ਹੈ, ਅਗਰ ਤੁਹਾਡੀ ਗ੍ਰਾਮਰ ਠੀਕ ਨਹੀਂ ਹੈ ਔਰ ਵੋਕੈਬਲਰੀ ਤੁਸੀਂ ਪ੍ਰੋਪਰ ਯੂਜ਼ ਨਹੀਂ ਕਰ ਪਾ ਰਹੇ ਹੋ, ਤਾਂ ਟਰਸਟ ਮੀ, ਯਕੀਨ ਮੰਨਣਾ, ਤੁਹਾਡੀ ਐਕਸਪਲੇਨੇਸ਼ਨ ਸਮਝ ਨਹੀਂ ਆਊਗੀ, ਐਗਜ਼ਾਮੀਨਰ ਸਮਝ ਨਹੀਂ ਪਾਊਗਾ। ਅਗਰ ਤੁਹਾਡੀ ਗ੍ਰਾਮਰ ਠੀਕ ਨਹੀਂ ਹੈ ਔਰ ਤੁਹਾਡੀ ਵੋਕੈਬਲਰੀ ਪ੍ਰੋਪਰ ਨਹੀਂ ਹੈ, that means it is not going to be clear. Make sure your explanation and examples ਉਹ ਬਿਲਕੁਲ ਗ੍ਰਾਮੈਟਿਕਲੀ ਤੇ ਵੋਕੈਬਲਰੀ ਪ੍ਰੋਪਰ ਉਹਦੇ ਵਿੱਚ ਯੂਜ਼ ਹੋਵੇ ਤਾਂ ਕਿ ਉਹ ਪ੍ਰੋਪਰ ਸਮਝ ਆਵੇ। ਓਕੇ, ਬਿਕੋਜ਼ your explanation and examples won't be understandable if your grammar and vocabulary are unclear. ਅਗਰ ਉਹ ਕਲੀਅਰ ਨਹੀਂ ਹੈ, ਸੋ ਇਹ ਵੀ ਇੱਕ ਮਿਸਟੇਕ ਹੁੰਦੀ ਜੋ ਮੈਂ ਦੇਖਿਆ, ਬੈਡ ਗ੍ਰਾਮਰ। ਸੋ ਗ੍ਰਾਮਰ ਨੂੰ ਵੀ ਤੁਸੀਂ ਕਿਸ ਤਰੀਕੇ ਨਾਲ ਇੰਪਰੂਵ ਕਰ ਸਕਦੇ ਹੋ ਔਰ ਕਿਸ ਤਰੀਕੇ ਦੇ ਸਟਰਕਚਰ ਹੈ ਜੋ ਤੁਹਾਨੂੰ ਆਇਲਸ ਰਾਈਟਿੰਗ ਲਈ ਸਿੱਖਣੇ ਚਾਹੀਦੇ ਹੈ ਔਰ ਜੋ ਸਿੱਖ ਕੇ ਤੁਸੀਂ ਬਹੁਤ ਆਰਾਮ ਨਾਲ 7+ ਬੈਂਡ ਸਕੋਰ ਕਰ ਸਕਦੇ ਹੋ, ਆਪਣੀ ਗੱਲ ਨੂੰ ਪ੍ਰੋਪਰ ਐਕਸਪਲੇਨ ਕਰ ਸਕਦੇ ਹੋ। ਸੋ ਇਹ 4 ਪੁਆਇੰਟਸ ਨੇ ਨਿਊਮਰਸ ਆਈਡੀਆਜ਼, ਇੱਕ ਤੋਂ ਜ਼ਿਆਦਾ ਆਈਡੀਆਜ਼ ਲਿਖਣੇ ਜਾਂ ਦਿਮਾਗ ਦੇ ਵਿੱਚ ਆ ਜਾਣੇ। ਔਰ ਉਸ ਤੋਂ ਬਾਅਦ ਜੋ ਮੈਂ ਦੇਖਿਆ ਕਿ ਯੂਜ਼ ਆਫ ਕੋਹੀਸਿਵ ਡਿਵਾਈਸਿਸ ਕਿਹੜੇ ਹੁੰਦੇ, ਜਿਵੇਂ ਕਿ ਫਰਸਟਲੀ, ਸੈਕੰਡਲੀ, ਥਰਡਲੀ। ਜਿਵੇਂ ਕਿ ਸ਼ੁਰੂ ਕਰ ਲਿਆ ਫਰਸਟਲੀ 1 ਆਈਡੀਆ, ਇੱਕ ਆਈਡੀਆ ਲਿਖ ਦਿੱਤਾ, ਉਸ ਤੋਂ ਬਾਅਦ ਹੈ ਜੀ ਸੈਕੰਡਲੀ ਅਨਦਰ ਆਈਡੀਆ, ਇੱਕ ਹੋਰ ਆਈਡੀਆ ਲਿਖਤਾ ਉਸ ਤੋਂ ਬਾਅਦ, ਠੀਕ ਹੈ। ਉਸ ਤੋਂ ਬਾਅਦ ਹੋ ਸਕਦਾ ਜੀ ਥਰਡਲੀ ਡੈਸ਼, ਕੁਛ ਨਵਾਂ ਆਈਡੀਆ ਲਿਖਤਾ, ਹੋ ਸਕਦਾ ਉਸ ਤੋਂ ਬਾਅਦ ਵੀ ਕੋਈ ਹੋਰ ਆਈਡੀਆ। ਅਗਰ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ 3 ਤੋਂ 4 ਆਈਡੀਆਜ਼ ਤੁਸੀਂ ਲਿਖ ਰਹੇ ਹੋ, ਸੋ ਜ਼ਿਆਦਾ ਚਾਂਸਿਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰ ਐਕਸਪਲੇਨ ਜਾਂ ਡਿਵੈਲਪ ਨਹੀਂ ਕਰ ਪਾਓਗੇ। ਸੋ ਮੇਰੇ ਅਕੋਰਡਿੰਗ, ਜੋ ਮੇਰਾ ਐਕਸਪੀਰੀਅੰਸ, ਜੋ ਤਜਰਬਾ ਹੈ, ਉਸ ਦੇ ਅਕੋਰਡਿੰਗ ਇੱਕ ਆਈਡੀਆ ਹੋਣਾ ਚਾਹੀਦਾ, ਜਾਂ ਫਿਰ ਅਗਰ ਡਬਲ ਕੁਐਸਚਨ ਹੈ ਤਾਂ 2 ਆਈਡੀਆਜ਼ ਹੋ ਸਕਦੇ ਹੈ। ਪ੍ਰੋਪਰ ਅਗਰ ਮੈਂ ਗੱਲ ਕਰਾਂ 7+ ਬੈਂਡ ਸਕੋਰ ਦੀ,
ਤਾਂ ਇੱਕ ਆਈਡੀਆ ਲੈ ਕੇ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ ਉਹਨੂੰ ਪ੍ਰੋਪਰ ਤੁਸੀਂ ਐਕਸਪਲੇਨ ਕਰੋ। ਔਰ ਬਾਡੀ ਪੈਰਾਗ੍ਰਾਫ ਦਾ ਮੈਂ ਟੈਂਪਲੇਟ ਵੀ ਦਊਂਗਾ, ਬਿਲਕੁਲ ਆਸਾਨ ਹੈ, ਬਿਲਕੁਲ ਸਿੰਪਲ ਹੈ, ਜਿਸ ਨਾਲ ਤੁਸੀਂ ਕਿਸੇ ਵੀ ਬਾਡੀ ਪੈਰਾਗ੍ਰਾਫ ਨੂੰ, ਕਿਸੇ ਵੀ ਕੁਐਸਚਨ ਟਾਸਕ 2 ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਲਿਖ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੈਨ ਰਾਈਟਿੰਗ ਅ ਪੈਰਾਗ੍ਰਾਫ। ਜਦੋਂ ਵੀ ਤੁਸੀਂ ਬਾਡੀ ਪੈਰਾਗ੍ਰਾਫ ਲਿਖਣਾ ਹੈ, ਇਹ ਚੀਜ਼ ਦਿਮਾਗ ਦੇ ਵਿੱਚ ਜ਼ਰੂਰ ਰੱਖਣੀ ਹੈ, ਵੈਨ ਯੂ ਆਰ ਰਾਈਟਿੰਗ a paragraph you should always check it and ask questions। ਇਹ questions ਜ਼ਰੂਰ ਪੁੱਛਣੇ ਚਾਹੀਦੇ ਜੋ ਤੁਸੀਂ ਲਿਖ ਰਹੇ ਹੋ। ਨੰਬਰ 1, my ideas are relevant, ਕਿ ਜੋ ਤੁਹਾਡੇ ਆਈਡੀਆਜ਼ ਨੇ ਉਹ ਰੈਲੇਵੈਂਟ ਹੈ, ਜੋ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਉਸ ਦੇ ਨਾਲ ਉਹ ਰੈਲੇਵੈਂਟ ਨੇ। ਤੁਹਾਡੇ ਜਿਹੜੇ ਆਈਡੀਆਜ਼ ਨੇ ਉਹ ਚੈੱਕ ਜ਼ਰੂਰ ਕਰਨੇ। ਕਿਸਨੇ ਚੈੱਕ ਕਰਨੇ? ਇਹ ਤੁਸੀਂ ਚੈੱਕ ਕਰਨੇ। ਇਟਸ ਯੋਰ ਰਿਸਪੌਂਸਿਬਿਲਿਟੀ। ਆਈ ਅੰਡਰਸਟੈਂਡ ਕਿ ਜੇ ਤੁਸੀਂ ਕੋਚਿੰਗ ਲੈ ਰਹੇ ਹੋ, ਮੇ ਬੀ ਆਨਲਾਈਨ, ਮੇ ਬੀ ਆਫਲਾਈਨ, ਜਾਂ ਫਿਰ ਅਗਰ ਤੁਸੀਂ ਸੈਲਫ ਪ੍ਰੈਕਟਿਸ ਕਰ ਰਹੇ ਹੋ ਤਾਂ ਹੋ ਸਕਦਾ ਦੈਟ ਯੂ ਮਾਈਟ ਥਿੰਕ ਕਿ ਮੇਰਾ ਟੀਚਰ ਮੈਨੂੰ ਚੈੱਕ ਕਰਕੇ ਇਹ ਚੀਜ਼ ਦੱਸੂਗਾ, ਬਟ ਯੈਸ, ਇਹ ਕੁਝ ਇਸ ਤਰੀਕੇ ਦੀ ਚੀਜ਼ਾਂ ਨੇ ਜੋ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਕਿ ਮੇਰੇ ਆਈਡੀਆਜ਼ ਰੈਲੀਵੈਂਟ ਨੇ ਜੋ ਕੁਐਸਚਨ ਹੈ, ਜੋ ਟॉपिक है। ठीक है। नंबर 2, आई कवर्ड ऑल द पार्ट्स और आई कवर्ड एवरी एरिया ऑफ द टॉपिक। सारे ही जो एरिया जो भी पूछा गया सारा कुछ मैं कवर करता अपने पैराग्राफ के अंदर। ओके। उस बाद है नंबर 3, वी हैव आई क्लियरली स्टेट माई पॉइंट इन द बॉडी पैराग्राफ्स। पॉइंट ਦਾ ਮਤਲਬ ਪੋਜੀਸ਼ਨ ਵੀ ਹੋ ਸਕਦਾ ਹੈ, ਤੁਹਾਡਾ ਓਪੀਨੀਅਨ ਵੀ ਹੋ ਸਕਦਾ ਹੈ। ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਇਹ ਅਗਰ ਤੁਸੀਂ ਅਗਰੀ ਕਰਦੇ ਹੋ ਤਾਂ ਅਗਰੀ, ਅਗਰ ਡਿਸਅਗਰੀ ਤਾਂ ਡਿਸਅਗਰੀ। ਜੋ ਵੀ ਤੁਹਾਡਾ ਓਪੀਨੀਅਨ ਹੈ, ਪੁਆਇੰਟ ਹੈ, ਪੋਜੀਸ਼ਨ ਹੈ, ਉਹ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਆਈ ਕਲੀਅਰਲੀ ਸਟੇਟ, ਇਹ ਤੀਸਰਾ ਕੁਐਸਚਨ ਹੈ ਜੋ ਤੁਹਾਨੂੰ ਪੁੱਛਣਾ ਚਾਹੀਦਾ, ਚੈੱਕ ਕਰਨਾ ਚਾਹੀਦਾ। ਉਸ ਤੋਂ ਬਾਅਦ ਨੰਬਰ 4, ਮਾਈ ਬਾਡੀ ਪੈਰਾਗ੍ਰਾਫਸ ਆਰ ਵੈਲ ਸਪੋਰਟਡ ਐਂਡ ਥੋਰਲੀ ਡਿਵੈਲਪਡ। ਪ੍ਰੋਪਰ ਡਿਵੈਲਪ ਕੀਤੇ ਹੈ, ਪ੍ਰੋਪਰ ਐਕਸਟੈਂਡ ਕੀਤਾ ਹੈ। ਇਹ 4 ਚੀਜ਼ਾਂ ਤੁਹਾਨੂੰ ਜ਼ਰੂਰ ਪੁੱਛਣੀਆਂ ਚਾਹੀਦੀਆਂ ਜਦੋਂ ਵੀ ਤੁਸੀਂ ਪੈਰਾਗ੍ਰਾਫ ਲਿਖ ਰਹੇ ਹੋ। ਪੁੱਛਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲਿਖ ਰਹੇ ਹੋ ਸੋ ਯੂ ਸਟਾਰਟ ਆਸਕਿੰਗ ਯੋਰਸੈਲਫ, ਰਾਈਟ। ਬੋਲਣ ਦੀ ਜ਼ਰੂਰਤ ਨਹੀਂ ਹੈ, ਸਿਰਫ ਤੁਸੀਂ ਆਪਣੇ ਮਾਈਂਡ ਦੇ ਵਿੱਚ, ਮਨ ਦੇ ਅੰਦਰ, ਜਾਂ ਤੁਸੀਂ ਚੈੱਕ ਕਰ ਸਕਦੇ ਹੋ, ਹਾਂਜੀ ਠੀਕ ਹੈ। ਨੰਬਰ 1, ਕੀ ਮੇਰੇ ਆਈਡੀਆਜ਼ ਰੈਲੀਵੈਂਟ ਹੈ? ਹਾਂ ਠੀਕ ਹੈ, ਮੇਰੇ ਆਈਡੀਆਜ਼ ਰੈਲੀਵੈਂਟ ਹੈ। ਉਸ ਤੋਂ ਬਾਅਦ ਮੈਂ ਸਾਰਾ ਜੋ ਪੁੱਛਿਆ ਗਿਆ ਮੈਂ ਇਸ ਬਾਡੀ ਪੈਰਾਗ੍ਰਾਫ ਦੇ ਵਿੱਚ ਮੈਂ ਕਵਰ ਕਰਤਾ, ਯੈਸ ਆਈ ਹੈਵ ਡਨ ਦਿਸ। ਉਸ ਤੋਂ ਬਾਅਦ ਹੈ ਕਿ ਮੇਰਾ ਪੁਆਇੰਟ, ਮੇਰੀ ਪੋਜੀਸ਼ਨ, ਮੇਰਾ ਓਪੀਨੀਅਨ ਬਿਲਕੁਲ ਕਲੀਅਰ ਹੈ, ਯੈਸ ਇਹ ਕਲੀਅਰ ਹੈ। ਉਸ ਤੋਂ ਬਾਅਦ ਹੈ ਕਿ ਮੇਰੇ ਜਿਹੜੇ ਬਾਡੀ ਪੈਰਾਗ੍ਰਾਫਸ ਨੇ ਵੈਲ ਸਪੋਰਟਡ ਨੇ, ਜੋ ਕੁਐਸਚਨ ਨੂੰ, ਠੀਕ ਹੈ, ਉਸ ਨੂੰ ਪ੍ਰੋਪਰ ਮੈਂ ਡਿਵੈਲਪ ਕੀਤਾ। ਔਰ ਇੱਕ ਬਾਡੀ ਪੈਰਾਗ੍ਰਾਫ ਦੇ ਅੰਦਰ ਕੀ ਕੁਝ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਇਹ ਸਾਰੀਆਂ ਚੀਜ਼ਾਂ ਤਾਂ ਇੰਪੋਰਟੈਂਟ ਨੇ ਕਿਉਂਕਿ ਟਾਈਮ ਮੈਨੇਜਮੈਂਟ ਵੀ ਅਗਰ ਮੈਂ ਗੱਲ ਕਰਾਂ ਖਾਸ ਤੌਰ ਤੇ ਇਵਨ ਰੀਡਿੰਗ ਦੇ ਅੰਦਰ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਵਨ ਰਾਈਟਿੰਗ ਦੇ ਅੰਦਰ ਵੀ। ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲਾਂ ਇਹ ਸਟਰਕਚਰ ਹੈ ਜੋ ਕਿਸੇ ਵੀ ਟਾਸਕ 2 ਨੂੰ ਲਿਖਣ ਲਈ ਤੁਹਾਨੂੰ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਆਊਟਲਾਈਨ ਤੋਂ ਮੇਰਾ ਮਤਲਬ ਇਹ ਹੈ ਕਿ ਜੋ ਜਿਸ ਨੂੰ ਤੁਸੀਂ ਪਲੈਨਿੰਗ ਵੀ ਕਹਿ ਸਕਦੇ ਹੋ, ਜੋ ਤੁਸੀਂ ਟਾਸਕ 2 ਲਿਖਣ ਜਾ ਰਹੇ ਹੋ, ਸਭ ਤੋਂ ਪਹਿਲਾਂ ਜੋ ਤੁਸੀਂ ਪਲਾਨ ਕਰਦੇ ਹੋ ਕਿ ਤੁਸੀਂ ਕੀ ਲਿਖਣ ਜਾ ਰਹੇ ਹੋ, ਕਿ ਤੁਹਾਡੇ ਬਾਡੀ ਪੈਰਾਗ੍ਰਾਫਸ ਦੇ ਅੰਦਰ ਤੁਸੀਂ ਤੁਹਾਡੇ ਪੁਆਇੰਟਸ ਕੀ ਹੋਣਗੇ, ਤੁਹਾਡੇ ਆਈਡੀਆਜ਼ ਕੀ ਹੋਣਗੇ, ਤੁਹਾਡੀਆਂ ਸਪੋਰਟਿੰਗ ਡਿਟੇਲਸ ਕਿਹੜੀਆਂ ਹੋਣਗੀਆਂ। ਔਰ ਇਸ ਦੇ ਉੱਪਰ ਤੁਹਾਨੂੰ ਸਪੈਂਡ ਕਰਨਾ ਚਾਹੀਦਾ ਹੈ 5 ਮਿੰਟਸ, ਤੁਹਾਨੂੰ 5 ਮਿੰਟ ਤੁਹਾਨੂੰ ਸਪੈਂਡ ਕਰਨੇ ਚਾਹੀਦੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਇੰਟਰੋਡਕਸ਼ਨ ਦੇ ਵਿੱਚ ਸੈਂਟੈਂਸਿਸ ਦੀ ਅਗਰ ਮੈਂ ਗੱਲ ਕਰਾਂ ਤਾਂ 4 to 6 ਸੈਂਟੈਂਸਿਸ ਤੁਸੀਂ ਲਿਖ ਸਕਦੇ ਹੋ, 4 to 6, ਓਕੇ। ਔਰ ਇੱਕ ਸੈਂਟੈਂਸ ਦੀ ਅਗਰ ਮੈਂ ਗੱਲ ਕਰਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਸਿੰਪਲ ਸੈਂਟੈਂਸ, ਮੈਂ ਇੱਥੇ ਕੰਪਲੈਕਸ ਸੈਂਟੈਂਸਿਸ ਦੀ ਗੱਲ ਕਰ ਰਿਹਾ। ਤੁਹਾਨੂੰ 50% ਕੰਪਲੈਕਸ ਸੈਂਟੈਂਸਿਸ ਲਿਖਣੇ ਚਾਹੀਦੇ, 50% ਸਿੰਪਲ ਸੈਂਟੈਂਸਿਸ ਲਿਖਣੇ ਚਾਹੀਦੇ। ਜ਼ਰੂਰੀ ਨਹੀਂ ਹੈ ਕਿ ਇਕੱਲੇ ਸਿੰਪਲ ਹੀ ਲਿਖੋ ਜਾਂ ਜ਼ਰੂਰੀ ਨਹੀਂ ਹੈ ਕਿ ਸਾਰੇ ਸੈਂਟੈਂਸਿਸ ਕੰਪਲੈਕਸ ਹੋਣ, ਦੋਨੋਂ ਹੋਣੇ ਚਾਹੀਦੇ, ਬੋਥ। ਜਿਵੇਂ ਕਹਿ ਸਕਦੇ ਹਾਂ ਕਿ ਬਾਹਾਂ ਵੀ ਇੰਪੋਰਟੈਂਟ ਹੈ ਤੇ ਲੱਤਾਂ ਵੀ ਇੰਪੋਰਟੈਂਟ ਹੈ, ਬੋਥ ਹੈ ਇੰਪੋਰਟੈਂਟ, ਓਕੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸੈਂਟੈਂਸਿਸ। ਇੰਟਰੋਡਕਸ਼ਨ ਦੇ ਵਿੱਚ ਸੈਂਟੈਂਸਿਸ ਕਿੰਨੇ ਹੋਣੇ ਚਾਹੀਦੇ? 3 ਸੈਂਟੈਂਸਿਸ। ਇਹ ਮੈਂ ਡਿਟੇਲ ਦੇ ਵਿੱਚ ਜਾਊਂਗਾ। ਫਰਸਟ ਸੈਂਟੈਂਸ ਤੁਹਾਡਾ ਜਨਰਲ ਸਟੇਟਮੈਂਟ ਹੋ ਸਕਦਾ ਹੈ, ਸੈਕਿੰਡ ਸੈਂਟੈਂਸ ਪੈਰਾਫਰੇਜ਼ਿੰਗ, ਥਰਡ ਸੈਂਟੈਂਸ ਥੀਸਿਸ ਸਟੇਟਮੈਂਟ। ਔਰ ਥੀਸਿਸ ਸਟੇਟਮੈਂਟ ਦੇ ਵਿੱਚ ਕੀ ਆਊਗਾ? ਤੁਹਾਡਾ ਓਪੀਨੀਅਨ, ਤੁਹਾਡੀ ਪੋਜੀਸ਼ਨ ਐਂਡ ਯੋਰ ਮੇਨ ਆਈਡੀਆਜ਼। ਜੋ ਆਈਡੀਆਜ਼ ਤੁਹਾਡੇ ਬਾਡੀ ਪੈਰਾਗ੍ਰਾਫ 1 ਤੇ ਬਾਡੀ ਪੈਰਾਗ੍ਰਾਫ 2 ਦੇ ਵਿੱਚ ਹੋਣਗੇ ਉਹ ਹੋਣੇ ਚਾਹੀਦੇ ਤੁਹਾਡੀ ਥੀਸਿਸ ਸਟੇਟਮੈਂਟ ਦੇ ਵਿੱਚ, ਓਕੇ। ਔਰ ਟਾਈਮ ਤੁਹਾਨੂੰ ਸਪੈਂਡ ਕਰਨਾ ਚਾਹੀਦਾ 5 ਮਿੰਟਸ, ਅਗੇਨ 5 ਮਿੰਟਸ ਔਨ ਇੰਟਰੋਡਕਸ਼ਨ। ਉਸ ਤੋਂ ਬਾਅਦ ਗੱਲ ਕਰਦੇ ਹਾਂ ਬਾਡੀ ਪੈਰਾਗ੍ਰਾਫ 1 ਐਂਡ ਬਾਡੀ ਪੈਰਾਗ੍ਰਾਫ 2। 90 to 100 ਵਰਡਸ ਲਿਖਣੇ ਚਾਹੀਦੇ ਤੁਹਾਨੂੰ ਬਾਡੀ ਪੈਰਾਗ੍ਰਾਫ 1 ਅਗਰ ਮੈਂ BP 1 ਦੀ ਗੱਲ ਕਰਾਂ ਜਾਂ ਫਿਰ ਮੈਂ BP 2 ਦੀ ਗੱਲ ਕਰਾਂ, 90 to 100 ਵਰਡਸ। ਉਸ ਤੋਂ ਬਾਅਦ ਸੈਂਟੈਂਸਿਸ ਅਗਰ ਆਪਾਂ ਗੱਲ ਕਰੀਏ
ਸੈਂਟੈਂਸਿਸ ਕਿੰਨੇ ਹੋਣੇ ਚਾਹੀਦੇ? 4 to 6 ਸੈਂਟੈਂਸਿਸ ਹੋਣੇ ਚਾਹੀਦੇ ਹੈ। ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2, 4 to 6 ਸੈਂਟੈਂਸਿਸ, 4 ਤੋਂ 6 ਸੈਂਟੈਂਸਿਸ ਹੋਣੇ ਚਾਹੀਦੇ। ਉਸ ਤੋਂ ਬਾਅਦ ਗੱਲ ਕਰੀਏ ਟਾਈਮ ਦੀ, ਤਾਂ ਟਾਈਮ ਤੁਹਾਨੂੰ ਕਿੰਨਾ ਸਪੈਂਡ ਕਰਨਾ ਚਾਹੀਦਾ? 10 ਮਿੰਟਸ। ਇੱਕ ਬੋਡੀ ਪੈਰਾਗ੍ਰਾਫ ਦੇ ਉੱਪਰ 10 ਮਿੰਟ ਸਪੈਂਡ ਹੋਣੇ ਚਾਹੀਦੇ ਆ, ਔਰ ਸੈਕਿੰਡ ਬੋਡੀ ਪੈਰਾਗ੍ਰਾਫ ਦੇ ਉੱਪਰ ਵੀ 10 ਮਿੰਟਸ ਹੋਣੇ ਚਾਹੀਦੇ। ਉਸ ਤੋਂ ਬਾਅਦ ਗੱਲ ਕਰੀ ਕਨਕਲੂਜਨ ਦੀ, ਤਾਂ ਕਨਕਲੂਜਨ ਦੇ ਵਿੱਚ 30 to 40 ਵਰਡਸ ਐਂਡ 2 to 3 ਸੈਂਟੈਂਸਿਸ, 2 ਤੋਂ 3 ਸੈਂਟੈਂਸਿਸ। ਇਵਨ ਮੈਂ ਅਗਰ ਮੈਂ ਗੱਲ ਕਰਾਂ ਤਾਂ ਇੱਕ ਮੈਂ ਸਟੂਡੈਂਟ ਨੂੰ ਇਹ ਵੀ ਦੇਖਿਆ ਕਿ ਟਾਈਮ ਨਹੀਂ ਬਚਿਆ, ਇੱਕ ਸੈਂਟੈਂਸ ਹੀ ਸਿਰਫ ਲਿਖਿਆ ਸੀ ਕਨਕਲੂਜਨ ਦੇ ਵਿੱਚ, ਜਿਸ ਕਰਕੇ ਉਹਦਾ ਬੈਂਡ ਸਕੋਰ 6.5 ਆ ਗਿਆ। ਸੋ ਜ਼ਰੂਰੀ ਨਹੀਂ ਹੈ ਕਿ 3 ਜਾਂ 4 ਸੈਂਟੈਂਸਿਸ ਹੀ ਲਿਖਣੇ ਆ, ਲੇਕਿਨ ਇਹ ਨਾ ਹੋਵੇ ਕਨਕਲੂਜਨ ਦੇ ਵਿੱਚ ਤੁਸੀਂ ਇੱਕ ਸੈਂਟੈਂਸ ਦਾ ਵੀ ਤੁਹਾਡੇ ਕੋਲ ਅਗਰ ਟਾਈਮ ਨਹੀਂ ਹੈ ਤੁਸੀਂ ਨਾ ਲਿਖੋ, ਇੱਕ ਸੈਂਟੈਂਸ ਮਿਨੀਮਮ ਜ਼ਰੂਰ ਲਿਖਣਾ ਹੈ। ਇਟ ਹੈਜ਼ ਟੂ ਬੀ 2 to 3 ਸੈਂਟੈਂਸਿਸ, ਰਾਈਟ। ਕਨਕਲੂਜਨ ਕਿਵੇਂ ਲਿਖਣੀ ਚਾਹੀਦੀ ਇਹ ਡਿਟੇਲ ਦੇ ਵਿੱਚ ਆਪਾਂ ਜ਼ਰੂਰ ਕਰਾਂਗੇ। ਔਰ ਟਾਈਮ ਤੁਹਾਨੂੰ ਸਪੈਂਡ ਕਰਨਾ ਚਾਹੀਦਾ 5 ਮਿੰਟਸ, 5 ਮਿੰਟ ਤੁਹਾਨੂੰ ਸਪੈਂਡ ਕਰਨੇ ਚਾਹੀਦੇ ਆ ਜਦੋਂ ਵੀ ਤੁਸੀਂ ਕਨਕਲੂਜਨ ਲਿਖਦੇ ਹੋ। ਉਸ ਤੋਂ ਬਾਅਦ ਲਾਸਟ ਦੇ ਵਿੱਚ ਗੱਲ ਕਰਦੇ ਹਾਂ ਚੈੱਕ ਵਰਕ, ਜੋ ਮੈਂ ਇੱਥੇ ਗੱਲ ਕੀਤੀ ਸੀਗੀ। ਗੈਟਿੰਗ ਬੈਕ ਹੀਅਰ, ਦੁਬਾਰਾ ਇੱਥੇ ਮੈਂ ਵਾਪਿਸ ਆ ਰਿਹਾ ਕਿ ਇਹ ਚੀਜ਼ਾਂ ਤੁਸੀਂ ਚੈੱਕ ਕਰਨੀ ਹੈ ਕਿ ਮੇਰੇ ਆਈਡੀਆਜ਼ ਰੈਲੀਵੈਂਟ ਨੇ, ਕੀ ਮੈਂ ਸਾਰਾ ਕੁਝ ਕਵਰ ਕਰਤਾ ਆਪਣੇ ਪੈਰਾਗ੍ਰਾਫਸ ਦੇ ਵਿੱਚ, ਕੀ ਮੇਰੀ ਪੋਜੀਸ਼ਨ, ਮੇਰਾ ਪੁਆਇੰਟ, ਮੇਰਾ ਓਪੀਨੀਅਨ ਬਿਲਕੁਲ ਕਲੀਅਰ ਹੈ, ਔਰ ਮੇਰੇ ਜਿਹੜੇ ਬੋਡੀ ਪੈਰਾਗ੍ਰਾਫਸ ਨੇ ਕੀ ਉਹ ਵੈਲ ਸਪੋਰਟਡ ਨੇ, ਪ੍ਰੋਪਰ ਮੈਂ ਡਿਵੈਲਪ ਕੀਤਾ ਉਹਨਾਂ ਨੂੰ। ਸੋ ਲਾਸਟ ਦੇ ਵਿੱਚ 5 ਮਿੰਟ ਤੁਹਾਨੂੰ ਇਸ ਦੇ ਉੱਪਰ ਜ਼ਰੂਰ ਸਪੈਂਡ ਕਰਨੇ ਚਾਹੀਦੇ। ਇਨ ਟੋਟਲ ਇਹ ਬਣਦਾ ਜੀ ਤੁਹਾਡੇ 40 ਮਿੰਟਸ ਬਣਦੇ, 40 ਮਿੰਟ ਬਣਦੇ, 5 5 10 10 5 5 40 ਮਿੰਟਸ। ਜਿਵੇਂ ਕਹਿੰਦੇ ਕਿ 40 ਮਿੰਟ ਤੁਹਾਨੂੰ ਟਾਸਕ 2 ਦੇ ਉੱਪਰ ਸਪੈਂਡ ਕਰਨੇ ਚਾਹੀਦੇ, ਔਰ 20 ਮਿੰਟਸ ਤੁਹਾਨੂੰ ਟਾਸਕ 1 ਦੇ ਉੱਪਰ ਸਪੈਂਡ ਕਰਨੇ ਚਾਹੀਦੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਟੈਂਪਲੇਟ, ਜੋ ਬੈਂਡ 7+ ਟੈਂਪਲੇਟ ਹੈ, ਕਿਸ ਤਰੀਕੇ ਨਾਲ ਤੁਹਾਨੂੰ ਟਾਸਕ 2 ਦੇ ਵਿੱਚ ਬਾਡੀ ਪੈਰਾਗ੍ਰਾਫਸ ਨੂੰ ਲਿਖਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਜੋ ਸਭ ਤੋਂ ਪਹਿਲਾਂ ਤੁਹਾਨੂੰ ਲਿਖਣਾ ਚਾਹੀਦਾ ਟੌਪਿਕ ਸੈਂਟੈਂਸ। ਟੌਪਿਕ ਸੈਂਟੈਂਸ ਕੀ ਚੀਜ਼ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ। ਟੌਪਿਕ ਸੈਂਟੈਂਸ ਦਾ ਮਤਲਬ ਇਹ ਹੁੰਦਾ ਹੈ ਕਿ ਟੌਪਿਕ ਸੈਂਟੈਂਸ ਤੁਸੀਂ ਲਿਖ ਕੇ ਤੁਸੀਂ ਐਗਜ਼ਾਮੀਨਰ ਨੂੰ ਇਹ ਸਮਝਾ ਰਹੇ ਹੋ ਕਿ ਮੈਂ ਟੌਪਿਕ ਨੂੰ ਇੰਟਰੋਡਿਊਸ ਕਰ ਰਿਹਾ ਇੱਥੇ, ਕਿ ਜੋ ਮੇਰਾ ਜੋ ਮੇਨ ਆਈਡੀਆ ਹੈ, ਜੋ ਥੋੜਾ ਮੇਨ ਆਈਡੀਆ ਹੈ, ਔਰ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ ਮੇਰੇ ਅਕੋਰਡਿੰਗ ਇੱਕ ਹੀ ਆਈਡੀਆ ਹੋਣਾ ਚਾਹੀਦਾ ਜਿਸ ਨੂੰ ਤੁਸੀਂ ਪ੍ਰੋਪਰ ਐਕਸਪਲੇਨ ਕਰ ਸਕੋ। ਉਸ ਤੋਂ ਬਾਅਦ ਤੁਹਾਡੇ ਐਕਸਪਲੇਨੇਸ਼ਨ ਦੇ ਸੈਂਟੈਂਸਸ, ਐਕਸਪਲੇਨੇਸ਼ਨ ਦਾ ਇੱਕ ਵੀ ਸੈਂਟੈਂਸ ਹੋ ਸਕਦਾ ਹੈ, 2 ਵੀ ਹੋ ਸਕਦੇ ਹੈ। ਉਸ ਤੋਂ ਬਾਅਦ ਫਿਰ ਐਗਜ਼ਾਮਪਲ ਸੈਂਟੈਂਸਸ, ਫਿਰ ਐਗਜ਼ਾਮਪਲ ਦੇ ਸੈਂਟੈਂਸਸ ਆ ਗਏ। ਟੌਪਿਕ ਸੈਂਟੈਂਸ, ਉਸ ਤੋਂ ਬਾਅਦ ਐਕਸਪਲੇਨੇਸ਼ਨ ਸੈਂਟੈਂਸਸ, ਉਸ ਤੋਂ ਬਾਅਦ ਹੈ ਐਗਜ਼ਾਮਪਲ ਸੈਂਟੈਂਸਸ। ਇੱਕ ਚੀਜ਼ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਦਾ ਕਿ ਐਵਰੀ ਬੋਡੀ ਪੈਰਾਗ੍ਰਾਫ ਸ਼ੁੱਡ ਹੈਵ ਐਟ ਲੀਸਟ 1 ਟੌਪਿਕ ਸੈਂਟੈਂਸ, 1 ਐਕਸਪਲੇਨੇਸ਼ਨ, 1 ਐਗਜ਼ਾਮਪਲ। ਇਹ ਜ਼ਰੂਰ ਹੋਣਾ ਚਾਹੀਦਾ। ਟੌਪਿਕ ਸੈਂਟੈਂਸ, ਐਕਸਪਲੇਨੇਸ਼ਨ ਸੈਂਟੈਂਸਸ ਔਰ ਐਗਜ਼ਾਮਪਲ ਸੈਂਟੈਂਸਸ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਬਿਲਕੁਲ ਕਲੀਅਰ ਕਰਦਾ ਕਿ ਇਹ ਡਿਟੇਲ ਦੇ ਵਿੱਚ ਮੈਂ ਜ਼ਰੂਰ ਜਾਊਂਗਾ। The next video will cover body paragraphs। ਉਹਦੇ ਅੰਦਰ ਮੈਂ ਕੀ ਕੁਝ ਕਰਵਾਉਂਗਾ ਕਿ ਟੌਪਿਕ ਸੈਂਟੈਂਸ ਤੁਸੀਂ ਕਿਸ ਤਰੀਕੇ ਨਾਲ ਤੁਹਾਨੂੰ ਲਿਖਣੇ ਚਾਹੀਦੇ, ਟੌਪਿਕ ਸੈਂਟੈਂਸ ਕੀ ਹੁੰਦਾ ਡਿਟੇਲ ਦੇ ਵਿੱਚ ਕਰਾਂਗੇ, ਔਰ ਐਕਸਪਲੇਨੇਸ਼ਨ ਆਪਣੀ ਬਾਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕਿਸ ਤਰੀਕੇ ਨਾਲ ਕਰਨਾ ਹੈ, ਐਕਸਪਲੇਨੇਸ਼ਨ ਕਿਸ ਤਰੀਕੇ ਨਾਲ ਕਰਨੀ ਹੈ, ਔਰ ਐਗਜ਼ਾਮਪਲਸ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਐਕਸਪਲੇਨੇਸ਼ਨਸ, ਐਗਜ਼ਾਮਪਲਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗੇਨ ਇੱਕ ਵਾਰੀ ਮੈਂ ਕਹੂੰਗਾ 70 to 80% ਇੰਪੋਰਟੈਂਟ ਹੈ ਤੁਹਾਡੇ ਬਾਡੀ ਪੈਰਾਗ੍ਰਾਫਸ BP1 ਐਂਡ BP2। ਔਰ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਬਹੁਤ ਜਲਦ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਟੌਪਿਕ ਸੈਂਟੈਂਸਸ ਕਿਵੇਂ ਲਿਖਣੇ ਹੈ, ਔਰ ਐਕਸਪਲੇਨ ਕਿਸ ਤਰੀਕੇ ਨਾਲ ਕਰਨਾ ਹੈ ਬਾਡੀ ਪੈਰਾਗ੍ਰਾਫਸ ਦੇ ਸੈਂਟੈਂਸਸ ਨੂੰ। ਟੌਪਿਕ ਸੈਂਟੈਂਸਸ ਸਟਰਕਚਰ ਦੀ ਅਗਰ ਮੈਂ ਗੱਲ ਕਰਾਂ, ਟੈਂਪਲੇਟ, ਟੌਪਿਕ ਸੈਂਟੈਂਸ, ਉਸ ਤੋਂ ਬਾਅਦ ਹੈ ਐਕਸਪਲੇਨੇਸ਼ਨ ਸੈਂਟੈਂਸਸ, ਐਂਡ ਦੈਨ ਵੀ ਹੈਵ ਐਗਜ਼ਾਮਪਲ ਸੈਂਟੈਂਸਸ, ਰਾਈਟ। ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਆਰ ਯੂ ਐਕਸਾਈਟਡ ਟੂ ਵਾਚ ਨੈਕਸਟ ਵੀਡੀਓ।